हाँ जी, गुड मॉर्निंग। अपने कोले ਜਿਹੜੇ ਪੰਜਾਬੀ ਭਾਸ਼ਾ ਦਾ ਅਧਿਆਪਨ ਦੇ ਵਿੱਚ ਜਿਹੜਾ ਆਪਾਂ ਵਿਸ਼ਾ ਸੀਗਾ ਜੀ ਉਹ ਹੈਗਾ ਸੀ ਕਿ ਪੰਜਾਬੀ ਭਾਸ਼ਾ ਦੀ ਉਤਪਤੀ ਦਾ ਸਿਧਾਂਤ। ਮਤਲਬ ਕੀ ਹੈਗਾ ਜੋ ਭਾਸ਼ਾ ਅਸੀਂ ਕਹਿੰਦੇ ਆ ਜਿੱਥੇ ਇੱਕ ਵਿਅਕਤੀ ਜਾਂ ਇੱਕ ਮਨੁੱਖ ਆਪਣੀਆਂ ਭਾਵਨਾਵਾਂ ਨੂੰ ਮਤਲਬ ਆਪਣੇ ਹਾਵ ਭਾਵ ਨੂੰ ਦੂਜਿਆਂ ਦੇ ਅੱਗੇ ਪੇਸ਼ਕਾਰੀ ਕਰਦਾ ਹੋਵੇ, ਪ੍ਰਗਟ ਕਰਦਾ ਹੋਵੇ, ਅਸੀਂ ਉਸ ਨੂੰ ਭਾਸ਼ਾ ਦੇ ਨਾਮ ਤੋਂ ਅਸੀਂ ਜਾਣਦੇ ਹਾਂ। पर भाषा ਜਿਹੜੀ ਹੈਗੀ ਹੈ ਉਹ ਅਸੀਂ ਇਹ ਕਹੀਏ ਵੀ ਇਹ ਨਾ ਤਾਂ ਧਾਤੂਆਂ ਤੋਂ ਬਣੀ ਹੈ ਔਰ ਨਾ ਹੀ ਇਹ ਦੈਵੀ ਸ਼ਕਤੀ ਹੈ ਔਰ ਨਾ ਹੀ ਇਹ ਅਨੁਕਰਨ ਦਾ ਸਿਧਾਂਤ ਹੈ, ਨਾ ਹੀ ਇਹ ਨਕਲ ਕਰਨ ਦਾ ਸਿਧਾਂਤ ਹੈ। ਕੱਲ ਆਪਾਂ ਇਹਨਾਂ ਤਿੰਨਾਂ ਦੇ ਜਿਹੜੇ ਸਬ ਪੁਆਇੰਟ ਸੀਗੇ ਜਿਵੇਂ ਦੈਵੀ ਸ਼ਕਤੀ ਹੋ ਗਿਆ, ਕਿਤੇ ਨਾ ਕਿਤੇ ਇਹ ਇਤਿਹਾਸ ਦੇ ਵਿੱਚ ਆਪਾਂ ਗੱਲ ਦੇਖਦੇ ਹਾਂ ਵੀ ਕਿਤੇ ਨਾ ਕਿਤੇ ਸਾਨੂੰ ਇਹ ਮੰਨਣਾ ਪੈਂਦਾ ਹੈ ਕਿ ਜਿਹੜੀ ਭਾਸ਼ਾ ਜਿਹੜੀ ਸਾਡੀ ਹੈਗੀ ਹੈ ਇੱਕ ਦੈਵੀ ਸ਼ਕਤੀ ਹੈਗੀ ਹੈ। ਦੈਵੀ ਸ਼ਕਤੀ ਮਤਲਬ ਜਿਵੇਂ ਮਿਸਰੀ ਲੋਕਾਂ ਨੇ ਕੁਝ ਹੋਰ ਕਹਿ ਕੇ ਬਿਆਨ ਕੀਤਾ ਸੀ, ਮੁਸਲਮਾਨਾਂ ਨੇ ਕੁਝ ਅਰਬੀ ਦਾ ਕਹਿ ਕੇ ਬਿਆਨ ਕੀਤਾ ਸੀਗਾ। ਮਤਲਬ ਉਹਨਾਂ ਦੇ ਜਿਹੜੇ ਆਪਣੇ ਧਰਮ ਨੇ ਉਹਨਾਂ ਧਰਮਾਂ ਦੇ ਵਿੱਚ ਜਿਹੜੀ ਇੱਕ ਉਹਨਾਂ ਦੀ ਭਾਸ਼ਾ ਹੈਗੀ ਉਹਨਾਂ ਦੀ ਹੀ ਉਹਨਾਂ ਨੇ ਉਤਪਤੀ ਦਾ ਸਿਧਾਂਤ ਉਸ ਨੂੰ ਮੰਨ ਕੇ ਅੱਗੇ ਉਸ ਦਾ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ। ਪਰ ਇਹ ਸਾਰੀਆਂ ਕੀ ਹੈਗੀਆਂ ਨੇ ਕਲਪਨਾਵਾਂ ਹਨ। ਮਤਲਬ ਕੀ ਹੈਗਾ ਇਹਨਾਂ ਦੇ ਸਾਨੂੰ ਭਾਸ਼ਾ ਵਿਗਿਆਨੀਆਂ ਦੇ ਅਨੁਸਾਰ ਨਾ ਤਾਂ ਕੋਈ ਠੋਸ ਔਰ ਨਾ ਹੀ ਕੋਈ ਪ੍ਰਮਾਣਿਕ ਤੌਰ ਤੇ ਕੋਈ ਸਾਡੇ ਕੋਲੇ ਪੱਕੇ ਤੌਰ ਤੇ ਕੋਈ ਸਬੂਤ ਨਹੀਂ ਮਿਲ ਪਾਏ ਜਿਸ ਦੇ ਨਾਲ ਅਸੀਂ ਇਹ ਕਹਿ ਸਕੀਏ ਕਿ ਇਹ ਜਿਹੜੀ ਭਾਸ਼ਾ ਦੀ ਉਤਪਤੀ ਹੈਗੀ ਆ ਉਹਦਾ ਸਿਧਾਂਤ ਇੱਕ ਦੈਵੀ ਸ਼ਕਤੀ ਦੇ ਵਿੱਚ ਹੋਊਗਾ, ਨਹੀਂ। ਫਿਰ ਗੱਲ ਹੋਈ ਸੀਗੀ ਜੀ ਆਪਣੀ ਪਿਛਲੇ ਲੈਕਚਰ ਦੇ ਵਿੱਚ ਕਿ ਆਪਾਂ ਗੱਲ ਕਿਹਾ ਸੀਗਾ ਵੀ ਭਾਸ਼ਾ ਦਾ ਜਿਹੜਾ ਸਿਧਾਂਤ ਹੈਗਾ ਉਤਪਤੀ ਦਾ ਉਹ ਕਿਹੜੇ ਰੂਪ ਦੇ ਵਿੱਚ ਹੈਗਾ, ਅਨੁਕਰਨ ਰੂਪ ਦੇ ਵਿੱਚ ਹੈਗਾ, ਮਤਲਬ ਨਕਲ ਕਰਨ ਦੇ ਵਿੱਚ ਹੈਗਾ। ਵੀ ਆਪਾਂ ਕਹਿੰਦੇ ਵੀ ਇਤਿਹਾਸ ਦੇ ਵਿੱਚ ਜਦੋਂ ਅਸੀਂ ਪ੍ਰਾਚੀਨ ਆਦਿ ਮਨੁੱਖ ਦੀ ਗੱਲ ਕਰਦੇ ਹੈਗੇ ਉਹ ਕਿੱਥੇ ਰਹਿੰਦਾ ਸੀ, ਜੰਗਲਾਂ ਦੇ ਵਿੱਚ ਰਹਿੰਦਾ ਸੀ। ਤਾਂ ਜੰਗਲਾਂ ਦੇ ਵਿੱਚ ਉਹਦੇ ਆਲੇ ਦੁਆਲੇ ਕਿਤੇ ਨਾ ਕਿਤੇ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਧੁਨੀਆਂ ਜਿਹੜੀਆਂ ਉਹਨੂੰ ਵੱਖ-ਵੱਖ ਜਾਨਵਰਾਂ ਤੋਂ ਵੱਖ-ਵੱਖ ਵਸਤੂਆਂ ਦੇ ਜੋ ਉਹਨਾਂ ਦੇ ਰੂਪਾਂ ਤੋਂ ਜਦੋਂ ਕਿਤੇ ਨਾ ਕਿਤੇ ਉਹਨਾਂ ਦੀਆਂ ਆਵਾਜ਼ਾਂ ਆਉਂਦੀਆਂ ਸੀਗੀਆਂ ਜਾਂ ਧੁਨੀਆਂ ਆਉਂਦੀਆਂ ਸੀਗੀਆਂ ਤਾਂ ਆਪਾਂ ਕਹਿ ਸਕਦੇ ਕਿ ਮਨੁੱਖ ਨਾਲੋਂ ਉਹਨਾਂ ਦੀਆਂ ਧੁਨੀਆਂ ਦੇ ਵਿੱਚ ਭਾਸ਼ਾ ਦੇ ਵਿੱਚ ਬਹੁਤ ਅੰਤਰ ਹੈ। ਉਹ ਦੇਖੋ ਪ੍ਰੀਖਣ ਕੀਤਾ ਗਿਆ ਹੈ ਵੀ ਕਿਤੇ ਨਾ ਕਿਤੇ ਜੇ ਮਨੁੱਖ ਉਹਨਾਂ ਧੁਨੀਆਂ ਦੀ ਵਰਤੋਂ ਕਰਦਾ ਹੁੰਦਾ ਔਰ ਉਹਨਾਂ ਦੇ ਰਾਹੀਂ ਆਪਣੇ ਵਿੱਚ ਉਹਨਾਂ ਧੁਨੀਆਂ ਦੀ ਸਹਾਇਤਾ ਰਾਹੀਂ ਆਪਣੇ ਸ਼ਬਦਾਂ ਦੇ ਰਾਹੀਂ ਜਾਂ ਆਪਣੀ ਭਾਸ਼ਾ ਦੇ ਰਾਹੀਂ ਦੂਸਰਿਆਂ ਦੇ ਅੱਗੇ ਵਿਚਾਰ ਪ੍ਰਗਟ ਕਰਦਾ ਤਾਂ ਫਿਰ ਸਮਾਜ ਦੇ ਵਿੱਚ ਜਿੰਨੇ ਵੀ ਮਨੁੱਖ ਜਾਂ ਵਿਅਕਤੀ ਹੈਗੇ ਨੇ ਹਰ ਥਾਂ ਦੇ ਉੱਤੇ ਤਾਂ ਉਹਨਾਂ ਸਾਰਿਆਂ ਦੀ ਭਾਸ਼ਾ ਕੀ ਹੋਣੀ ਸੀਗੀ, ਇੱਕ ਹੋਣੀ ਸੀਗੀ। ਕਿਤੇ ਨਾ ਕਿਤੇ ਇਸ ਸਿਧਾਂਤ ਦਾ ਵੀ ਕੀ ਕੀਤਾ ਗਿਆ ਹੈ, ਖੰਡਨ ਕੀਤਾ ਗਿਆ ਹੈ ਕਿ ਭਾਸ਼ਾ ਵਿਗਿਆਨੀ ਜਿਹੜੇ ਸਿਧਾਂਤ ਬਾਰੇ ਦੱਸਦੇ ਹਨ। ਉਸ ਤੋਂ ਬਾਅਦ ਜਿਹੜਾ ਆਪਾਂ ਦੈਵੀ ਸ਼ਕਤੀ ਅਨੁਕਰਨ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਜੀ ਧਾਤੂ ਸਿਧਾਂਤ ਦੀ ਗੱਲ ਹੋਈ ਸੀਗੀ ਕਿ ਭਾਸ਼ਾ ਦੀ ਜਿਹੜੀ ਉਤਪਤੀ ਦਾ ਸਿਧਾਂਤ ਹੈਗਾ ਉਹ ਧਾਤੂ ਦਾ ਸਿਧਾਂਤ ਹੈ। ਮਤਲਬ ਕੀ ਹੋ ਗਿਆ, ਆਪਾਂ ਕਹਿ ਦਿੰਦੇ ਆ ਉਹਦੇ ਵਿੱਚ ਸਾਡੇ ਕੋਲੇ ਇੱਕ ਮੈਕਸ ਮੁਲਰ ਜਿਹੜੇ ਹੈਗੇ ਨੇ ਉਹਨਾਂ ਨੇ ਸਾਨੂੰ ਪ੍ਰਾਚੀਨ ਮਨੁੱਖ ਦੇ ਅੰਦਰ ਕਹਿੰਦੇ ਧਾਤੂਆਂ ਦੇ ਬਾਰੇ ਮਤਲਬ ਧਾਤੂ ਭਾਸ਼ਾ ਨੂੰ ਜਨਮ ਨਹੀਂ ਦੇ ਸਕਦੇ। ਕੋਈ ਵੀ ਚਿੰਨ੍ਹ ਜਿਹੜਾ ਹੈਗਾ ਉਹ ਜਦੋਂ ਤੱਕ ਉਹਦੇ ਵਿੱਚ ਸੁਧਾਰਮਈ ਰੂਪ ਨਹੀਂ ਹੋਊਗਾ ਔਰ ਉਹਨੂੰ ਸ਼ਬਦਾਂ ਦਾ ਰੂਪ ਨਹੀਂ ਦਿੱਤਾ ਜਾਊਗਾ ਰਚਨਾ ਕਰਨ ਦੇ ਸਮੇਂ ਉਹਨਾਂ ਟਾਈਮ ਉਸ ਨੂੰ ਕੀ ਹੈਗਾ ਭਾਸ਼ਾ ਦੇ ਵਿੱਚ ਨਹੀਂ ਸਮਝਿਆ ਜਾਊਗਾ। ਤਾਂ ਕਿਤੇ ਨਾ ਕਿਤੇ ਧਾਤੂ ਵੀ ਜਿਹੜੇ ਹੈਗੇ ਨੇ ਕਹਿੰਦੇ ਧਾਤੂ ਦਾ ਜਿਹੜਾ ਸੋਮਾ ਹੈਗਾ ਉਹ ਇੱਕ ਭਾਸ਼ਾ ਦੀ ਉਤਪਤੀ ਦਾ ਸਿਧਾਂਤ ਨਹੀਂ ਹੈਗਾ। ਇਸ ਚੀਜ਼ ਦਾ ਵੀ ਕਿਤੇ ਨਾ ਕਿਤੇ ਖੰਡਨ ਕੀਤਾ ਗਿਆ ਹੈਗਾ। ਹੁਣ ਜਿਹੜਾ ਅੱਜ ਆਪਾਂ ਸ਼ੁਰੂ ਕਰਨਾ ਹੈਗਾ ਕਿ ਭਾਸ਼ਾ ਦੀ ਉਤਪਤੀ ਦੇ ਸਿਧਾਂਤ ਦੇ ਵਿੱਚ ਅੱਗੇ ਜਿਹੜੇ ਸਬ ਪੁਆਇੰਟ ਹੈਗੇ ਨੇ ਉਹ ਕੀ ਹੈਗੇ ਨੇ ਕਿ ਮਨੋਭਾਵਨਾਵਾਂ ਦੇ ਪ੍ਰਗਟਾਵੇ ਦਾ ਸਿਧਾਂਤ, ਮਨੋਭਾਵਨਾਵਾਂ ਦੇ ਪ੍ਰਗਟਾਵੇ ਦਾ ਸਿਧਾਂਤ। ਮਨੋਭਾਵਨਾਵਾਂ ਦੇ ਪ੍ਰਗਟਾਵੇ ਦਾ ਸਿਧਾਂਤ। ਹੁਣ ਇੱਥੇ ਜਿਹੜੀ ਆਪਾਂ ਭਾਸ਼ਾ ਦੀ ਜਿਹੜੀ ਉਤਪਤੀ
ਦਾ ਸਿਧਾਂਤਾਂ ਦੀ ਗੱਲ ਕਰਾਂਗੇ, ਮਨੋਭਾਵਨਾ। ਦੇਖੋ ਆਪਾਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਜਿਹੜਾ ਮਨੁੱਖ ਦੇ ਵਿੱਚ ਆਪਣੀਆਂ ਭਾਵਨਾਵਾਂ ਹਨ ਉਹ ਦੂਸਰਿਆਂ ਦੇ ਸਾਹਮਣੇ ਪ੍ਰਗਟ ਕਰਦਾ ਜਾਂ ਗ੍ਰਹਿਣ ਕਰਦਾ ਹੈ, ਉਸ ਨੂੰ ਅਸੀਂ ਭਾਸ਼ਾ ਕਹਿੰਦੇ ਹੈਗੇ ਆ। ਹੁਣ ਇੱਥੇ ਸਾਡੇ ਕੋਲ ਸਿਧਾਂਤ ਆਇਆ ਕਿ ਮਨੋਭਾਵਨਾਵਾਂ ਦੇ ਪ੍ਰਗਟਾਵੇ ਦਾ ਸਿਧਾਂਤ। ਮਨ ਦੀਆਂ ਭਾਵਨਾਵਾਂ, ਮਨ ਦੀਆਂ ਭਾਵਨਾਵਾਂ ਕੀ ਹੈਗਾ? ਕਹਿੰਦੇ ਜਿਹੜਾ ਮਨੁੱਖ ਹੈਗਾ ਉਹ ਕੀ ਹੈਗਾ, ਕਿਸੇ ਘਟਨਾ ਨੂੰ ਜਦੋਂ ਦੇਖਦਾ ਹੈ ਆਪਣੇ ਆਲੇ ਦੁਆਲੇ, ਜਦੋਂ ਕਿਸੇ ਘਟਨਾ ਨੂੰ ਦੇਖਦਾ ਹੈ ਤਾਂ ਇਸ ਦੇ ਮੂੰਹੋਂ ਕਹਿੰਦੇ, ਇਸ ਦੇ ਮੂੰਹੋਂ ਕੀ ਹੁੰਦਾ ਹੈਗਾ? ਕਹਿੰਦੇ ਕੁਝ ਇਸ ਦੇ ਮੂੰਹੋਂ ਕੁਝ ਜਿਹੜੇ ਹੈਗੇ ਨੇ ਧੁਨੀਆਂ, ਮਤਲਬ ਸੁੱਤੇ ਸੁੱਤੇ ਮਤਲਬ ਕੀ ਹੈਗਾ ਕਿਤੇ ਨਾ ਕਿਸੇ ਰੂਪ ਦੇ ਵਿੱਚ ਮੂੰਹ ਦੇ ਵਿੱਚੋਂ ਨਿਕਲੀ ਜਾਂਦੀਆਂ ਹਨ। ਤਾਂ ਉਹ ਨਿਕਲੀਆਂ ਹੋਈਆਂ ਧੁਨੀਆਂ ਜਿਵੇਂ ਖੁਸ਼ੀ ਦੇ ਤੌਰ ਤੇ ਔਰ ਗਮੀ ਦੇ ਤੌਰ ਤੇ, ਮੌਕੇ ਦੇ ਤੌਰ ਤੇ ਜਿਹੜੀਆਂ ਸਾਡੀਆਂ ਮਨੋਭਾਵਨਾਵਾਂ ਹੁੰਦੀਆਂ, ਜਿਵੇਂ ਆਪਾਂ ਕਹਿੰਦੇ ਆ ਹਾਏ ਇਹਦਾ ਬਹੁਤ ਬੜਾ ਕੰਮ ਹੋ ਗਿਆ, ਉਫ ਇਹ ਤਾਂ ਕੰਮ ਹੀ ਨਹੀਂ ਹੋਇਆ ਸਾਡੇ ਕੋਲ। ਇੱਥੇ ਕੁਝ ਸ਼ਬਦ ਲਿਖ ਦਿੰਦੇ ਆ, ਖੁਸ਼ੀ, ਗਮੀ, खुशी और गमी। दा प्रगटावा शब्दां दी सहायता नाल, शब्दां दी सहायता नाल जिवें जिवें ਆਪਾਂ ਕਹਿੰਦੇ ਹਾਏ ਸ਼ਬਦ ਜਿਹੜਾ ਹੈਗਾ ਉਫ ਜਿਹੜਾ ਸ਼ਬਦ ਹੈਗਾ ਇਹ ਕਿਤੇ ਨਾ ਕਿਤੇ ਸਾਡੇ ਮੂੰਹਾਂ ਦੇ ਵਿੱਚੋਂ ਆ ਹਾਏ ਉਫ ਮਤਲਬ ਜਿਹੜਾ ਵੀ ਖੁਸ਼ੀ ਹੈ ਗਮੀ ਵੇਲੇ ਜੋ ਵੀ ਆਪਾਂ ਆਪਦੇ ਸਮਾਜ ਦੇ ਵਿੱਚ ਆਪਣੇ ਸਭਿਅਤਾ ਦੇ ਅਨੁਸਾਰ ਜੋ ਅਸੀਂ ਇੱਕ ਖੁਸ਼ੀ ਔਰ ਗਮੀ ਦੇ ਪਲ ਨੂੰ ਜਦੋਂ ਅਸੀਂ ਘਟਨਾ ਨੂੰ ਦੇਖਦੇ ਹੈਗੇ ਆ ਤਾਂ ਉੱਥੇ ਅਸੀਂ ਕਿਤੇ ਨਾ ਕਿਤੇ ਇਹਨਾਂ ਸ਼ਬਦਾਂ ਦਾ ਹਾਏ ਜਾਂ ਉਫ ਦਾ ਜਿਹੜਾ ਸ਼ਬਦਾਂ ਦਾ ਹੈਗਾ ਅਸੀਂ ਪ੍ਰਗਟਾਵਾ ਕਰਦੇ ਹੈਗੇ ਆ ਜਦੋਂ ਅਸੀਂ ਉਸ ਘਟਨਾ ਨੂੰ ਇੱਕ ਪ੍ਰਗਟਾ ਕਰਦੇ ਆ। ਉਹ ਸਾਡੇ ਕੀ ਹੈਗੇ ਹਨ? ਮਨ ਦੀਆਂ ਭਾਵਨਾਵਾਂ। ਹੁਣ ਜੇ ਗੱਲ ਕੀਤੀ ਜਾਵੇ ਕਿ ਇਹ ਮਨ ਦੀਆਂ ਭਾਵਨਾਵਾਂ ਦੇ ਸ਼ਬਦ ਹੈਗੇ ਨੇ, ਆਹ ਜਿਹੜੇ ਸ਼ਬਦ ਹੈਗੇ ਨੇ ਇਹ ਕਹਿੰਦੇ ਵੀ ਇਹ ਮਨ ਦੀਆਂ ਭਾਵਨਾਵਾਂ ਜ਼ਰੂਰ ਹੈਗੀਆਂ ਨੇ, ਪ੍ਰਗਟ ਕਰਦੀਆਂ ਹਨ, ਪਰ ਕੀ ਇਹ ਭਾਸ਼ਾ ਦਾ ਰੂਪ ਬਣ ਸਕਦੇ ਹਨ? ਕੀ ਇਹਨਾਂ ਦੇ ਸ਼ਬਦਾਂ ਤੋਂ ਭਾਸ਼ਾ ਦਾ ਰੂਪ ਲਿਆ ਜਾ ਸਕਦਾ ਹੈ? ਨਹੀਂ ਲਿਆ ਜਾ ਸਕਦਾ। ਇਹ ਕੀ ਹੈਗੇ ਨੇ? ਇੱਕ ਸਾਡੀਆਂ ਮਨ ਦੀਆਂ ਭਾਵਨਾਵਾਂ ਹਨ, ਮਤਲਬ ਇਹ ਸੀਮਤ ਸ਼ਬਦ ਹਨ। ਇਹਨਾਂ ਸੀਮਤ ਸ਼ਬਦਾਂ ਨੂੰ ਵੀ ਇੱਕ ਧੁਨੀਆਂ ਦੇ ਰਾਹੀਂ ਉਚਾਰਨ ਕੀਤਾ ਗਿਆ ਹੈ। ਹੁਣ ਉਹ ਧੁਨੀਆਂ ਜੇਕਰ ਆਪਾਂ ਕਹਿੰਦੇ ਚੰਨ, ਚੰਨ ਕੀ ਹੈਗੇ ਨੇ? ਕਰਨਾ ਹੋ ਗਿਆ ਜੀ, ਔਕੜ ਹੋ ਗਿਆ ਜੀ, ਦਲੈਂਕੜ ਹੋ ਗਿਆ ਜੀ, ਸ਼ਬਦ ਦੇ ਨਾਲ ਲੱਗੇ ਹੋਏ ਨੇ, ਬਿੰਦੀ ਹੋ ਗਈ ਜੀ, ਟਿੱਪੀ ਹੋ ਗਈ। ਇਹ ਕੀ ਹੈਗੇ ਨੇ? ਚੰਨ ਨੇ ਜਿਹੜੇ ਕਿ ਸ਼ਬਦਾਂ ਨੂੰ ਧੁਨੀਆਂ ਦੇ ਰੂਪ ਦੇ ਕੇ ਉਹਨਾਂ ਸ਼ਬਦਾਂ ਨੂੰ ਸੰਪੂਰਨ ਕਰਦੇ ਹਨ। ਤਾਂ ਉਹਨਾਂ ਨੂੰ ਇੱਕ ਵਾਕਾਂ ਦੇ ਰਾਹੀਂ ਕੀ ਕੀਤਾ ਜਾਂਦਾ ਹੈਗਾ? ਪ੍ਰਗਟਾਅ ਕੀਤਾ ਜਾਂਦਾ ਹੈ। ਉਹ ਅਸਲ ਦੇ ਵਿੱਚ ਭਾਸ਼ਾ ਉਦੋਂ ਤਿਆਰ ਹੁੰਦੀ ਹੈ, ਉਸ ਨੂੰ ਭਾਸ਼ਾ ਮੰਨਿਆ ਜਾਂਦਾ ਹੈ। ਹੁਣ ਭਾਸ਼ਾ ਦੇ ਵਿੱਚ ਜਿਹੜੀਆਂ ਮਨੋ ਭਾਵਨਾਵਾਂ ਹੈਗੀਆਂ ਨੇ, ਕਹਿੰਦੇ ਜਦੋਂ ਇੱਕ ਖੁਸ਼ੀ ਜਾਂ ਗਮੀ ਦੀ ਗੱਲ ਹੁੰਦੀ ਹੈ ਤਾਂ ਕੀ ਅਸੀਂ ਉਹ ਖੁਸ਼ੀ ਜਾਂ ਗਮੀ ਦਾ ਜਿਹੜਾ ਪਲ ਹੈਗਾ ਸਾਡਾ, ਕੀ ਉਹ ਭਾਸ਼ਾ ਦਾ ਜਨਮ ਦੇ ਸਕਦਾ ਹੈ? ਉਹ ਕਿਤੇ ਨਾ ਕਿਤੇ ਇਹ ਭਾਸ਼ਾ ਦੇ ਸੋਮਿਆਂ ਤੋਂ ਬਹੁਤ ਦੂਰ ਹਨ। ਤਾਂ ਇਹ ਇਤਿਹਾਸ ਦੇ ਵਿੱਚ ਕੀ ਹੈਗਾ ਕਿ ਕਲਪਨਾ ਦਾ ਰੂਪ ਹੈ। ਤਾਂ ਭਾਸ਼ਾ ਦੀ ਜਿਹੜੀ ਉਤਪਤੀ ਦਾ ਸਿਧਾਂਤ ਹੈ, ਇਸ ਨੂੰ ਵੀ ਕਿਤੇ ਨਾ ਕਿਤੇ ਖੰਡੜ ਦਾ ਜਾਂ ਇੱਕ ਇਸ ਨੂੰ ਸੋਮਾ ਜਿਹੜਾ ਹੈਗਾ ਨਹੀਂ ਮੰਨਿਆ ਗਿਆ। ਉਸ ਤੋਂ ਬਾਅਦ ਜਿਹੜੀ ਇੱਕ ਸਾਡੀ ਮਨੋ ਭਾਵਨਾਵਾਂ ਦੇ ਪ੍ਰਗਟਾਵੇ ਦਾ ਜਿਹੜਾ ਸਿਧਾਂਤ ਆਪਾਂ ਲਿਖਿਆ ਹੈਗਾ, ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਸਬ ਪੁਆਇੰਟ ਹੈਗਾ ਨਾਦ ਤੰਦ ਧੁਨੀ, ਨਾਦ ਤੰਦ ਧੁਨੀ ਦਾ ਸਿਧਾਂਤ। ਨਾਦ ਤੰਦ ਧੁਨੀ ਦਾ ਸਿਧਾਂਤ ਨਾਦ ਤੰਦ ਧੁਨੀ ਦਾ ਸਿਧਾਂਤ
ਜੇ ਆਪਾਂ ਦੇਖੀਏ ਜੀ ਨਾ ਤਨ ਧੁਨੀ, ਹੁਣ ਇੱਥੇ ਤੁਹਾਨੂੰ ਮੈਂ ਨਾ ਤਨ ਧੁਨੀ ਕੀ ਹੁੰਦੀ ਹੈਗੀ ਹੈ, ਜਦੋਂ ਆਪਾਂ ਦੇਖੀਏ ਕੋਈ ਵਿਅਕਤੀ ਜਿਹੜੇ ਸਮਾਜ ਦੇ ਵਿੱਚ ਵਿਅਕਤੀ ਜਿਹੜਾ ਆਪਣਾ ਜੀਵਨ ਬਤੀਤ ਕਰ ਰਹੇ ਹੈਗੇ ਨੇ, ਤਾਂ ਜਿਹੜਾ ਇੱਕ ਪ੍ਰਸਿੱਧ ਵਿਦਵਾਨ ਹੈਗਾ ਨਾਰੇ, ਪ੍ਰਸਿੱਧ ਵਿਦਵਾਨ ਇੱਥੇ ਥੋੜਾ ਜਿਹਾ ਤੁਹਾਨੂੰ ਲਿਖ ਕੇ ਦੱਸ ਦਿੰਦੇ ਆ ਜੀ, ਪ੍ਰਸਿੱਧ ਵਿਦਵਾਨ ਨਾਰੇ ਦੇ ਅਨੁਸਾਰ ਨਾਰੇ ਦੇ ਅਨੁਸਾਰ ਹਾਂਜੀ, ਪਰ ਜਿਹੜਾ ਪ੍ਰਸਿੱਧ ਵਿਦਵਾਨ ਹੋਇਆ ਸਾਡੇ ਕੋਲੇ ਉਹ ਕੌਣ ਹੈਗੇ ਨੇ? ਨਾਰੇ ਦੇ ਅਨੁਸਾਰ। ਨਾਰੇ ਨੇ ਸਾਨੂੰ ਕੀ ਗੱਲ ਕਹੀ ਹੈਗੀ ਹੈ? ਕਹਿੰਦੇ ਮਨੁੱਖ ਜਦੋਂ ਕੋਈ ਜ਼ੋਰ ਵਾਲਾ ਕੰਮ ਕਰਦਾ ਹੋਵੇ ਨਾ, ਉਹਦੇ ਵਿੱਚੋਂ ਕਹਿੰਦੇ ਉਸ ਦੀਆਂ ਨਾਦ ਤੰਦਾਂ ਕੀ ਹੁੰਦੀਆਂ ਨੇ? ਕਹਿੰਦੇ ਕੰਪਨ ਅਵਸਥਾ ਦੇ ਵਿੱਚ ਆ ਜਾਂਦੀਆਂ ਹਨ। ਹੁਣ ਨਾਦ ਤੰਦਾਂ ਕੀ ਹੁੰਦੀਆਂ ਹੈਗੀਆਂ ਨੇ? ਉਹ ਕੰਪਨ ਅਵਸਥਾ ਉਤਪੰਨ ਹੋਣਾ, ਕਹਿਣ ਦਾ ਭਾਵ ਕੀ ਹੈਗਾ ਵੀ ਜਦੋਂ ਕਿਤੇ ਜ਼ੋਰ ਵਾਲਾ ਕੰਮ ਲੱਗਦਾ ਹੈ, ਜਿਵੇਂ ਉਦਾਹਰਨ ਦੇ ਤੌਰ ਤੇ ਜਦੋਂ ਇੱਕ ਲੋਹਾਰ ਜਦੋਂ ਇੱਕ ਲੋਹੇ ਨੂੰ ਕੱਟਦਾ ਹੋਵੇ ਤਾਂ ਕਿਤੇ ਨਾ ਕਿਤੇ ਉਹਦੇ ਮੂੰਹ ਦੇ ਵਿੱਚੋਂ ਕੀ ਹੈਗਾ, ਉਹ ਧੁਨੀਆਂ ਉਤਪੰਨ ਹੁੰਦੀਆਂ ਹਨ, ਉਹ ਕੰਪਨ ਪੈਦਾ ਹੁੰਦਾ ਉਸਦੀ ਆਵਾਜ਼ ਦੇ ਵਿੱਚ। ਕਹਿੰਦੇ ਉਹ ਇੱਕ ਭਾਸ਼ਾ ਦੀ ਉਤਪਤੀ ਦਾ ਸਿਧਾਂਤ ਹੈ। ਇਹ ਸਾਨੂੰ ਦੱਸਿਆ ਗਿਆ ਹੈਗਾ ਨਾਰੇ ਨੂੰ। ਔਰ ਨਾਰੇ ਨੇ ਆਪਾਂ ਨੂੰ ਇਹ ਤਾਂ ਪ੍ਰਭਾਸ਼ਿਤ ਕਰ ਦਿੱਤਾ ਕਿ ਜਿਹੜੀ ਮਨੁੱਖ ਤੋਂ ਜ਼ੋਰ ਨਾਲ ਕੰਮ ਕਰਨ ਦੀ ਜਿਹੜੀ ਅਵਸਥਾ ਹੈਗੀ ਹੈ, ਉਹਦੇ ਦੌਰਾਨ ਜਿਹੜਾ ਕੰਪਨ ਪੈਦਾ ਹੁੰਦਾ, ਔਰ ਕੰਪਨ ਦੇ ਦੌਰਾਨ ਜਿਹੜੀ ਆਵਾਜ਼ ਇੱਕ ਭਾਸ਼ਾ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ, ਇੱਕ ਧੁਨੀ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ, ਅਸੀਂ ਉਸ ਨੂੰ ਭਾਸ਼ਾ ਦਾ ਸਿਧਾਂਤ ਦੀ ਉਤਪਤੀ ਦੇ ਰੂਪ ਦੇ ਵਿੱਚ ਅਸੀਂ ਉਸ ਨੂੰ ਮੰਨਦੇ ਹਾਂ। ਇਹ ਨਾਰੇ ਦੀ ਸ਼ਬਦਾਵਲੀ ਸੀ। ਹੁਣ ਪਰ ਜੇਕਰ ਇਸ ਤੇ ਥੋੜਾ ਜਿਹਾ ਉਲਟ ਹੋ ਕੇ ਦੇਖੀਏ ਵੀ ਜ਼ੋਰ ਵਾਲਾ ਕੰਮ ਇੱਕ ਖਿਡਾਰੀ ਵੀ ਕਰਦਾ ਹੈ। ਖਿਡਾਰੀ ਜਦੋਂ ਜ਼ੋਰ ਲਗਾਉਂਦਾ ਹੈ, ਐਥਲੀਟ ਹੈ ਕੋਈ, ਗਰਾਊਂਡ ਦੇ ਵਿੱਚ ਜਦੋਂ ਰਾਊਂਡ ਲਗਾਉਂਦਾ ਹੋਵੇ ਤਾਂ ਉੱਥੇ ਦੇਖਿਆ ਜਾਂਦਾ ਕਿ ਜਦ ਕਬੱਡੀ ਦਾ ਖਿਡਾਰੀ ਹੋਵੇ ਉਹ ਕੁਛ ਨਾ ਕੁਛ ਮੂੰਹ ਦੇ ਵਿੱਚ ਗੁਣਗੁਣਾਉਂਦੇ ਰਹਿੰਦੇ ਨੇ, ਉਹ ਬੋਲਦੇ ਰਹਿੰਦੇ ਨੇ ਕਬੱਡੀ 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 ਕਬੱਡੀ। ਕੀ ਹੈਗਾ ਇਹ ਜਦੋਂ ਉਹਨਾਂ ਦਾ ਜ਼ੋਰ ਲੱਗਦਾ ਹੈ ਤਾਂ ਵੀ ਕਿਤੇ ਨਾ ਕਿਤੇ ਉਹ ਆਵਾਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਕਹਿੰਦੇ ਪ੍ਰਾਕਿਰਤਿਕ ਜਾਂ ਕੁਦਰਤੀ ਰੂਪ ਦੇ ਵਿੱਚ ਇੱਕ ਕੰਪਨ ਅਵਸਥਾ ਦੇ ਵਿੱਚ ਬਾਹਰ ਆਉਂਦੀਆਂ ਹਨ। ਔਰ ਇਹਨੇ ਕੰਪਨ ਅਵਸਥਾ ਦੇ ਵਿੱਚ ਬਾਹਰ ਆਈਆਂ ਹੋਈਆਂ ਧੁਨੀਆਂ ਜਿਹੜੀਆਂ ਹੈਗੀਆਂ ਨੇ ਉਹ ਭਾਸ਼ਾ ਨੂੰ ਜਨਮ ਨਹੀਂ ਦੇ ਸਕਦੀ, ਕਿਉਂਕਿ ਉਹਨਾਂ ਦਾ ਰੂਪ ਵੀ ਕੀ ਹੋਊਗਾ ਜੀ? ਸੀਮਤ ਹੋਊਗਾ। ਹੁਣ ਜਿਹੜੇ ਸੀਮਤ ਸਾਡੇ ਕੋਲੇ ਕੰਪਨ ਅਵਸਥਾ ਦੇ ਵਿੱਚ ਜੋ ਸ਼ਬਦ ਆਏ, ਕੀ ਸਾਨੂੰ ਉਹ ਸਾਡੀਆਂ ਮਨੁੱਖ ਦੀਆਂ ਜਿਹੜੀਆਂ ਲੋੜਾਂ ਹੈਗੀਆਂ ਨੇ ਉਹ ਭਾਸ਼ਾ ਦਾ ਰੂਪ ਲੈ ਕੇ ਕੀ ਸਾਨੂੰ ਲੋੜਾਂ ਪੂਰੀਆਂ ਹੋ ਸਕਦੀਆਂ? ਨਹੀਂ। ਅਸੀਂ ਆਪਣੇ ਮਨ ਦਾ ਪ੍ਰਗਟਾਵਾ ਕਰਨਾ ਹੋਵੇ ਤਾਂ ਕਿਤੇ ਨਾ ਕਿਤੇ ਸਾਨੂੰ ਅਸੀਂ ਕਹਿ ਸਕਦੇ ਹਾਂ ਜਿਹੜੀ ਭਾਸ਼ਾ ਦੀ ਉਤਪਤੀ ਦਾ ਸਿਧਾਂਤ ਹੈ ਨਾ, ਉਹ ਚਾਹੇ ਉਹ ਦੈਵੀ ਸ਼ਕਤੀ ਦਾ ਹੋਵੇ, ਚਾਹੇ ਉਹ ਅਨੁਕਰਨ ਦਾ ਰੂਪ ਹੋਵੇ, ਚਾਹੇ ਉਹ ਮਨੋਭਾਵਨਾ ਦੇ ਪ੍ਰਗਟਾਵੇ ਦੀ ਗੱਲ ਕੀਤੀ ਗਈ ਹੋਵੇ, ਫਿਰ ਚਾਹੇ ਉਹ ਨਾਦ ਧਨ ਧੁਨੀ ਦੀ ਗੱਲ ਹੀ ਕਿਉਂ ਨਾ ਹੋਵੇ, ਅਤੇ ਜਿਹੜਾ ਸਾਡੇ ਕੋਲ ਧਾਤੂ ਦਾ ਸਿਧਾਂਤ ਹੈਗਾ, ਇਹਨਾਂ ਸਾਰਿਆਂ ਦਾ ਵੱਖ-ਵੱਖ ਤਰੀਕੇ ਨਾਲ ਆਪਣੀ ਆਪਣੀ ਕਿਰਿਆਵਾਂ ਹਨ, ਰੂਪ ਹੈਗੇ ਨੇ, ਸਿਧਾਂਤ ਨੇ। ਪਰ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਜਿਹੜਾ ਆਪਾਂ ਆਦਿ ਕਾਲ ਤੋਂ ਮਨੁੱਖ ਦਾ ਅਸੀਂ ਜਨਮ ਦੇਖਦੇ ਹਾਂ, ਉਸ ਤੋਂ ਬਾਅਦ ਜਿਵੇਂ ਜਿਵੇਂ ਉਹਨੇ ਧੁਨੀਆਂ ਜਾਂ ਵਿਚਾਰਾਂ ਦਾ ਇਸਤੇਮਾਲ ਕਰਕੇ ਹੌਲੀ ਹੌਲੀ ਸ਼ਬਦਾਂ ਦੇ ਵਿੱਚ ਵਿਕਾਸ ਲੈ ਕੇ ਆਇਆ ਔਰ ਆਪਣੇ ਜੀਵਨ ਦੇ ਵਿੱਚ ਵੀ ਵਿਕਾਸ ਲੈ ਕੇ ਆਇਆ ਹੈ, ਅਸਲ ਦੇ ਵਿੱਚ ਉਹ ਭਾਸ਼ਾ ਹੈ, ਉਹ ਭਾਸ਼ਾ ਦੀ ਉਤਪਤੀ ਹੈ। ਤਾਂ ਉਹਨਾਂ ਸਿਧਾਂਤਾਂ ਨੂੰ ਅਸੀਂ ਮੁੱਖ ਰੱਖ ਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮਨੁੱਖ ਦਾ ਜਿਹੜਾ ਜੀਵਨ ਹੈਗਾ ਉਹ ਕੀ ਹੈਗਾ, ਭਾਸ਼ਾ ਦੇ ਤਹਿਤ ਹੀ ਵਿਕਾਸ ਰੂਪ ਦੇ ਵਿੱਚ ਵੇਖਿਆ ਜਾਂਦਾ ਹੈ। ਹੁਣ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈਗਾ ਅਗਲਾ ਪੁਆਇੰਟ ਜਿਹੜਾ ਹੈਗਾ ਜੀ ਉਹ ਹੈਗਾ ਸੰਗੀਤ ਸਿਧਾਂਤ। ਸੰਗੀਤ ਸਿਧਾਂਤ ਸੰਗੀਤ ਸਿਧਾਂਤ ਹੁਣ ਇਹਦੇ ਵਿੱਚ ਦੇਖੋ ਸੰਗੀਤ ਸਿਧਾਂਤ ਦੇ ਵਿੱਚ ਆਪਾਂ ਗੱਲ ਕਰ ਲਈਏ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਜਿਹੜਾ ਸੰਗੀਤ ਹੈਗਾ ਕਹਿੰਦੇ ਮਨੁੱਖ ਦੇ ਜੀਵਨ ਦੇ ਨਾਲ ਬਹੁਤ ਜ਼ਿਆਦਾ ਕਰੀਬੀ ਨਜ਼ਦੀਕੀ ਤੌਰ ਤੇ ਸੰਬੰਧ ਰੱਖਦਾ ਹੈ ਸੰਗੀਤ। ਹੁਣ ਜੇਕਰ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਆਪਾਂ ਕਹਿ ਲਈਏ ਕਿ ਜਦੋਂ ਮਨੁੱਖ ਦਾ ਇੱਕ ਡੂੰਘਾ ਸੰਬੰਧ ਹੈ ਸੰਗੀਤ ਨਾਲ,
जिवें कोई खुशी होगी, कोई गमी का पल हो गया, जां कोई एक प्यार की गल कीती जावे, प्रेम भावनावां की गल कीती जावे, तां कहंदे मूंहों की है, कहंदे सुत्ते मतलब एक अपने आप को सुत नहीं हुंदी और दिमाग नहीं चल रहा होता, तो कुछ ना कुछ धुनियां जिहड़ियां हैगियां ने शब्दां दा रूप लैके प्रगट हो जांदियां ने। जिवें आपां कुछ ना कुछ कहंदे हौली हौली कोई ना कोई जदों मन चंगा हुंदा है आपां गुणगुणाउण लग जांदे, चाहे वो शब्द ही क्यों ना होवे, तां ओह की है कहंदे एक संगीत दा सिद्धांत है। हुण जेकर उन्हां गुणगुणाउण दी अवस्था नूं, गुणगुणाउण दे रूप नूं जे आपां कह दईए, ਉਹ शब्द भी की होणगे जी सीमित होणगे, और किते ना किते ਜਿਹੜੇ ਉਹ ਗੁਣਗੁਣਾਉਣ ਦੀ ਗੱਲ ਕੀਤੀ ਗਈ ਹੈਗੀ ਹੈ, ਉਹ ਸਾਡੀ ਇੱਕ ਭਾਸ਼ਾ ਦਾ ਰੂਪ ਨਹੀਂ ਹੋ ਸਕਦੀ। ਹੁਣ ਜੇਕਰ ਅਸੀਂ ਉਹਨਾਂ ਨੂੰ ਭਾਸ਼ਾ ਦਾ ਰੂਪ ਮੰਨਣਾ ਹੋਵੇ ਤਾਂ ਸੰਗੀਤ ਜਿਹੜਾ ਹੈਗਾ ਇੱਕ ਸਿੰਗਾਈ ਜਿਹੜਾ ਸੰਗੀਤ ਦਾ ਸਿਧਾਂਤ ਹੈਗਾ ਇਹ ਜ਼ਰੂਰ ਮਨੁੱਖ ਦੇ ਨਾਲ ਡੂੰਘਾ ਸੰਬੰਧ ਰੱਖਦਾ ਹੈ, ਪਰ ਕਿਤੇ ਨਾ ਕਿਤੇ ਜਿਹੜੀਆਂ ਆਪਾਂ ਕਹਿ ਦਿੰਦੇ ਆ ਕਿ ਮਨ ਦੀਆਂ ਭਾਵਨਾਵਾਂ ਨੇ ਅਸੀਂ ਉਹ ਗੀਤ ਗਾ ਕੇ ਸੰਗੀਤ ਨਾਲ ਜੁੜ ਕੇ ਅਸੀਂ ਪ੍ਰਗਟ ਕਰ ਸਕਦੇ ਨਹੀਂ। ਹੁਣ ਕਈ ਤਰ੍ਹਾਂ ਦੇ ਲੇਖਕ ਹੋਏ ਨੇ, ਕਈ ਤਰ੍ਹਾਂ ਦੇ ਕਵਿਤਾ ਜਿਹੜੇ ਪੋਇਟਰ ਜਿਹੜੇ ਹੈਗੇ ਨੇ, ਆਪਾਂ ਕਹਿੰਦੇ ਨੇ ਕਵੀ ਕੀ ਕਰਦੇ ਨੇ ਆਪਣੀਆਂ ਮਨ ਦੀਆਂ ਕਲਪਨਾਵਾਂ ਨੂੰ, ਭਾਵਨਾਵਾਂ ਨੂੰ ਉਹਨਾਂ ਧੁਨੀਆਂ ਜਾਂ ਸ਼ਬਦਾਂ ਜਾਂ ਭਾਸ਼ਾ ਦੀ ਸਹਾਇਤਾ ਦੁਆਰਾ ਰਚਨਾ ਕਰਦੇ ਹਨ। ਤਾਂ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਉਹਨਾਂ ਰਚਨਾ ਨੂੰ ਇੱਕ ਭਾਸ਼ਾ ਦਾ ਰੂਪ ਦੇ ਕੇ ਹੀ ਪ੍ਰਗਟ ਕੀਤਾ ਜਾਂਦਾ ਹੈ, ਤਾਂ ਕਿ ਇੱਕ ਮਨ ਦੀਆਂ ਭਾਵਨਾਵਾਂ ਨੂੰ ਸਮਝਿਆ ਜਾ ਸਕੇ, ਨਾ ਕਿ ਗੁਣਗੁਣਾਉਣ ਦੀ ਅਵਸਥਾ ਨੂੰ। ਪਰ ਆਪਾਂ ਨੂੰ ਤਾਂ ਸੰਗੀਤ ਸਿਧਾਂਤ ਜਿਹੜਾ ਚਾਹੀਦਾ ਹੈਗਾ ਉਹ ਚਾਹੇ ਉਹ ਖੁਸ਼ੀ ਦਾ ਹੀ ਹੋਵੇ, ਚਾਹੇ ਉਹ ਗਮ ਦਾ ਹੋਵੇ, ਚਾਹੇ ਉਹ ਪਿਆਰ ਜਾਂ ਪ੍ਰੇਮ ਦੀ ਭਾਵਨਾਵਾਂ ਦੀ ਗੱਲ ਕੀਤੀ ਗਈ ਹੋਵੇ, ਉੱਥੇ ਸੰਗੀਤ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਪਰ ਕੀ ਹੈਗਾ ਉਹ ਭਾਸ਼ਾ ਦਾ ਸਿਧਾਂਤ ਨਹੀਂ ਬਣ ਸਕਦਾ, ਭਾਸ਼ਾ ਦੀ ਉਤਪਤੀ ਦਾ ਸਿਧਾਂਤ ਨਹੀਂ ਬਣ ਸਕਦਾ। ਕਿਉਂ ਨਹੀਂ ਬਣ ਸਕਦਾ? ਉਸ ਚੀਜ਼ ਦਾ ਵੀ ਖੰਡਨ ਕੀਤਾ ਗਿਆ, ਉਹਦੀ ਉਦਾਹਰਣ ਜਿਹੜੀ ਹੈਗੀ ਆ ਆਪਾਂ ਉਸ ਨੂੰ ਸਾਂਝੀ ਕਰ ਚੁੱਕੇ ਹੈਗੇ ਆ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਜੀ ਚਿੰਨ੍ਹਵਾਦੀ ਸਿਧਾਂਤ। ਚਿੰਨ੍ਹਵਾਦੀ ਸਿਧਾਂਤ ਚਿੰਨ੍ਹਵਾਦੀ ਸਿਧਾਂਤ ਹੁਣ ਸਾਡੇ ਕੋਲੇ ਆ ਵੀ ਚਿੰਨ੍ਹਵਾਦੀ। ਦੇਖੋ ਆਪਾਂ ਜਦੋਂ ਇਸ ਵਿਸ਼ੇ ਨੂੰ ਸ਼ੁਰੂ ਕੀਤਾ ਸੀਗਾ ਭਾਸ਼ਾ ਦਾ ਅਰਥ ਤੇ ਪਰਿਭਾਸ਼ਾ, ਆਪਣੇ ਕੋਲ ਸਭ ਤੋਂ ਪਹਿਲਾ ਵਿਸ਼ਾ ਕੀ ਸੀਗਾ? ਭਾਸ਼ਾ ਦਾ ਅਰਥ ਅਤੇ ਪਰਿਭਾਸ਼ਾ। ਫਿਰ ਆਪਾਂ ਗੱਲ ਕੀਤੀ ਸੀ ਕਿ ਭਾਸ਼ਾ ਦੀ ਪ੍ਰਕਿਰਤੀ, ਉਹਦੇ ਸਰੂਪ ਦੀ ਗੱਲ ਕੀਤੀ ਸੀਗੀ। ਫਿਰ ਆਪਾਂ ਆਪਣੇ ਕੋਲ ਵਿਸ਼ਾ ਆਇਆ ਕਿ ਭਾਸ਼ਾ ਦੀ ਉਤਪਤੀ ਦਾ ਸਿਧਾਂਤ। ਸਾਡੇ ਕੋਲ ਚਿੰਨ੍ਹਵਾਦੀ ਸਿਧਾਂਤ ਦੀ ਗੱਲ ਹੋ ਰਹੀ ਹੈ। ਹੁਣ ਚਿੰਨ੍ਹਵਾਦੀ ਸਿਧਾਂਤ ਜ਼ਰੂਰ ਜਿਹੜਾ ਸਾਡੇ ਕੋਲ ਸੋਸ਼ਲ ਜਿਹੜਾ ਵਿਗਿਆਨੀ ਹੈਗਾ ਉਹਨੇ ਭਾਸ਼ਾ ਦੀ ਜਿਹੜੀ ਇੱਕ ਰਚਨਾ ਬਾਰੇ ਗੱਲ ਕੀਤੀ ਸੀਗੀ। ਉਹਨੇ ਕਿਹਾ ਕਿ ਮਨੁੱਖ ਨੇ ਸਭ ਤੋਂ ਪਹਿਲਾਂ ਭਾਸ਼ਾ ਦੀ ਜਦੋਂ ਉਤਪਤੀ ਜਾਂ ਇੱਕ ਭਾਸ਼ਾ ਨੂੰ ਚਿੰਨ੍ਹਾਂ ਦੇ ਸਹਿਤ ਵਿਚਾਰਾਂ ਦਾ ਕੀ ਹੈਗਾ ਸੁਮੇਲ ਕੀਤਾ, ਉਸ ਨੂੰ ਭਾਸ਼ਾ ਦੇ ਤਹਿਤ ਕੀ ਹੈਗਾ ਰਚਨਾ ਕਰ ਦਿੰਦੀ ਸ਼ੁਰੂ ਕਰ ਦਿੱਤੀ। ਤਾਂ ਉਹ ਜਦੋਂ ਪ੍ਰਗਟ ਕਰਦਾ ਸੀ ਦੂਸਰੇ ਸਾਹਮਣੇ ਆਪਣੇ ਵਿਚਾਰ ਧੁਨੀਆਂ ਦੀ ਸਹਾਇਤਾ ਲੈ ਕੇ, ਚਿੰਨ੍ਹਾਂ ਦੀ ਸਹਾਇਤਾ ਲੈ ਕੇ ਵੱਖ-ਵੱਖ ਵਸਤੂਆਂ ਦੇ ਨਾਮ ਜਿਹੜੇ ਹੈਗੇ ਨੇ ਹੌਲੀ ਹੌਲੀ ਉਹਦੇ ਵਿਕਾਸ ਦਾ ਰੂਪ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਿਆ। ਮਤਲਬ ਕੀ ਹੈਗਾ ਭਾਸ਼ਾ ਇੱਕ ਚਿੰਨ੍ਹਾਂ ਦੇ ਸਹਿਤ ਜਿਹੜੀ ਹੈਗੀ ਸਾਨੂੰ ਵੇਖਣ ਨੂੰ ਮਿਲਦੀ ਹੈ। ਇਹ ਅਸੀਂ ਭਾਸ਼ਾ ਦੀ ਪ੍ਰਕਿਰਤੀ ਦੇ ਵਿੱਚ ਵੀ ਆਪਾਂ ਜਾਣ ਪਹਿਚਾਣ ਦੇ ਵਿੱਚ ਆਪਾਂ ਕਰਕੇ ਆਏ ਸੀ, ਗਿਆਨ ਸਾਂਝਾ ਕੀਤਾ ਸੀਗਾ ਜੀ। ਫਿਰ ਆਪਾਂ ਭਾਸ਼ਾ ਦਾ ਅਰਥ ਵੀ ਇਹਨਾਂ ਦੇ ਨਾਲ ਹੀ ਆਪਾਂ ਸੰਪੂਰਨ ਤੌਰ ਤੇ ਗਿਆਨ ਲਿਆ ਸੀਗਾ। ਹੁਣ ਉੱਥੇ ਕੀ ਆ ਗਿਆ ਕਿ ਭਾਸ਼ਾ ਦੀ ਜਿਹੜੀ ਉਤਪਤੀ ਦਾ ਸਿਧਾਂਤ ਹੈਗਾ ਕਹਿੰਦੇ ਚਿੰਨ੍ਹਵਾਦੀ ਸਿਧਾਂਤ ਹੈ। ਚਿੰਨ੍ਹਵਾਦੀ ਸਿਧਾਂਤ ਕਿਵੇਂ ਹੋਊਗਾ? ਮਨੁੱਖ ਕਹਿੰਦੇ ਆਪਣੇ ਚਿੰਨ੍ਹਾਂ ਦੁਆਰਾ ਵਿਚਾਰਾਂ ਨੂੰ ਪ੍ਰਗਟਾਉਂਦਾ ਸੀ। ਫਿਰ ਕੀ ਕਰਦਾ ਸੀਗਾ? ਕਹਿੰਦੇ ਫਿਰ ਉਹਨਾਂ ਨੂੰ ਸ਼ਬਦਾਂ ਦੇ ਰੂਪ ਦੇ ਵਿੱਚ ਲੈ ਕੇ ਆਉਂਦਾ ਸੀ। ਸ਼ਬਦਾਂ ਦੇ ਰੂਪ ਦੇ ਵਿੱਚ ਲੈ ਕੇ ਆਉਂਦਾ ਤੇ ਇਹਨਾਂ ਚਿੰਨ੍ਹਾਂ ਦੀ ਕਹਿੰਦੇ ਤਸਵੀਰਾਂ ਦੇ ਰੂਪ ਦੇ ਵਿੱਚ। ਚਿੰਨ੍ਹ ਕਿਹੜੇ ਹੋਏ? ਕਹਿੰਦੇ ਤਸਵੀਰ ਹੋ, ਤਸਵੀਰ ਦੇ ਰੂਪ ਦੇ ਵਿੱਚ ਜਾਂ ਸੰਕੇਤਾਂ ਦੇ ਰੂਪ ਦੇ ਵਿੱਚ। ਇੱਥੇ ਵੀ ਲਿਖ ਵੀ ਲੈਂਦੇ ਆਪਾਂ ਤਸਵੀਰਾਂ ਤਸਵੀਰਾਂ ਦੇ ਰੂਪ ਵਿੱਚ ਅਤੇ ਸੰਕੇਤਾਂ ਦੇ ਰੂਪ ਦੇ ਵਿੱਚ।
ਸੰਕੇਤਾਂ ਦੇ ਰੂਪ ਵਿੱਚ। ਲਓ ਜੀ, ਇੱਥੇ ਦੋ ਗੱਲਾਂ ਦੇ ਨਾਲ ਉਹਨਾਂ ਨੇ ਕਹਿਤਾ ਕਿ ਚਿੰਨ੍ਹਵਾਦੀ ਸਿਧਾਂਤ ਦੀ ਜਦੋਂ ਗੱਲ ਹੋਈ ਹੈ ਭਾਸ਼ਾ ਦੀ ਉਤਪਤੀ ਦੇ ਸਿਧਾਂਤ ਦੇ ਵਿੱਚ, ਕਹਿੰਦੇ ਉਹ ਤਸਵੀਰਾਂ ਦੀ ਗੱਲ ਹੋ ਰਹੀ ਹੈ ਜੀ। ਇੱਥੇ ਸਾਡੇ ਕੋਲ ਸ਼ਬਦ ਉਹਨਾਂ ਨੇ ਗੱਲ ਕਰ ਦਿੱਤੀ, ਫਿਰ ਉਹਨਾਂ ਨੇ ਸਾਡੇ ਕੋਲ ਗੱਲ ਕਰਤੀ ਸੰਕੇਤਾਂ ਦੀ। ਹੁਣ ਸਾਡੇ ਕੋਲ ਤਸਵੀਰਾਂ ਤੇ ਸੰਕੇਤਾਂ, ਤਾਂ ਇਹ ਕੀ ਸਾਨੂੰ ਇਹ ਭਾਸ਼ਾ ਦੀ ਇੱਕ ਉਤਪਤੀ ਦਾ ਸਿਧਾਂਤ ਮੰਨ ਕੇ ਅਸੀਂ ਕਹਿ ਸਕਦੇ ਹਾਂ ਵੀ ਇਹ ਜਿਹੜੀ ਭਾਸ਼ਾ ਹੈਗੀ ਹੈ ਇਹਨਾਂ ਚਿੰਨ੍ਹਾਂ ਤੇ ਤਸਵੀਰਾਂ ਦੇ ਸਹਿਤ ਬਣੀ ਹੋਊਗੀ ਜਾਂ ਸੰਕੇਤਾਂ ਦੇ ਸਹਿਤ ਬਣੀ ਹੋਊਗੀ। ਕਿਤੇ ਨਾ ਕਿਤੇ ਜਦੋਂ ਇੱਕ ਸਮਾਜ ਦੇ ਵਿੱਚ ਇੱਕ ਵਿਅਕਤੀ ਦਾ ਜਦੋਂ ਇੱਕ ਮਨੁੱਖ ਦਾ ਜਨਮ ਹੁੰਦਾ ਹੈ ਤਾਂ ਉਹ ਤਸਵੀਰਾਂ ਨੂੰ ਸੰਕੇਤਾਂ ਨੂੰ ਦੇਖ ਕੇ ਵੀ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ। ਜੇਕਰ ਆਪਾਂ ਦੇਖੀਏ ਕਿ ਜਿਹੜੀ ਭਾਸ਼ਾ ਦੀ ਉਤਪਤੀ ਦਾ ਸਿਧਾਂਤ ਹੈਗਾ ਉਹ ਚਿੰਨ੍ਹਵਾਦੀ ਸਿਧਾਂਤ ਹੈ। ਚਿੰਨ੍ਹਵਾਦੀ ਸਿਧਾਂਤ ਕੀ ਕਹਿੰਦਾ? ਉਹ ਕਹਿੰਦੇ ਚਾਹੇ ਕੋਈ ਤਸਵੀਰਾਂ ਹਨ ਜਾਂ ਕੋਈ ਸੰਕੇਤ ਹੈ। ਸੰਕੇਤ ਦਾ ਮਤਲਬ ਕੀ ਹੁੰਦਾ? ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਜੇਕਰ ਅਨੁਵਾਦ ਕਰੀਏ ਇੰਡੀਕੇਸ਼ਨ, ਜਿਵੇਂ ਲਾਈਟ ਜਿਹੜੀ ਹੈਗੀ ਹੈ ਤੇਜ਼ ਰੋਸ਼ਨੀ ਹੋਗੀ ਤਾਂ ਉਹਨੂੰ ਅਸੀਂ ਤੇਜ਼ ਰੋਸ਼ਨੀ ਕਿਵੇਂ ਕਰਾਂਗੇ, ਕਿਵੇਂ ਮਹਿਸੂਸ ਕਰਾਂਗੇ? ਜੇ ਮਹਿਸੂਸ ਕੀਤਾ ਹੈਗਾ ਤਾਂ ਉਹ ਧੁਨੀਆਂ ਦੇ ਰਾਹੀਂ ਅਸੀਂ ਉਸ ਚੀਜ਼ ਨੂੰ ਕੀ ਕਰਾਂਗੇ ਜੀ, ਵਿਚਾਰਾਂ ਦੇ ਸਹਿਤ ਸ਼ਬਦਾਂ ਦੇ ਰਾਹੀਂ ਕੀ ਹੈਗਾ ਆਪਣੇ ਵਿਚਾਰ ਪ੍ਰਗਟ ਕਰਾਂਗੇ। ਅਸਲ ਉਹ ਭਾਸ਼ਾ ਦੀ ਉਤਪਤੀ ਦਾ ਕੀ ਹੈਗਾ ਜੀ, ਸਿਧਾਂਤ। ਹੁਣ ਇਹ ਜੇਕਰ ਭਾਸ਼ਾ ਦੀ ਉਤਪਤੀ ਦਾ ਸਿਧਾਂਤ ਹੈਗਾ ਤਾਂ ਅਸੀਂ ਇਹ ਵੇਖ ਸਕਦੇ ਹੈਗੇ ਆ ਵੀ ਕਿਤੇ ਨਾ ਕਿਤੇ ਸਾਡੇ ਕੋਲ ਜਿਹੜੀ ਤਸਵੀਰਾਂ ਨੇ ਜਾਂ ਸੰਕੇਤ ਹੈਗੇ ਨੇ ਇਹ ਸਾਡੇ ਚਿੰਨ੍ਹਵਾਦੀ ਸਿਧਾਂਤ ਤਾਂ ਹੈਗੇ ਆ, ਪਰ ਇਹ ਭਾਸ਼ਾ ਦੀ ਉਤਪਤੀ ਦਾ ਸਿਧਾਂਤ ਨਹੀਂ ਬਣ ਸਕਦੇ। ਔਰ ਉਹ ਕਿਉਂ ਨਹੀਂ ਬਣ ਸਕਦੇ? ਜੇਕਰ ਚਿੰਨ੍ਹ ਕਿਸੇ ਦੇ ਅੱਗੇ ਸਾਹਮਣੇ ਆ ਜਾਂਦਾ, ਸੰਕੇਤ ਸਾਹਮਣੇ ਆ ਜਾਣ ਤਾਂ ਉੱਥੇ ਕਿਰਿਆ ਦਾ ਰੂਪ ਕੀ ਹੋਊਗਾ? ਚਿੰਨ੍ਹਾਂ ਜਾਂ ਤਸਵੀਰਾਂ ਦੇ ਰਾਹੀਂ ਜਾਂ ਸੰਕੇਤਾਂ ਦੇ ਰਾਹੀਂ? ਨਹੀਂ, ਫਿਰ ਉਹ ਭਾਸ਼ਾ ਨਹੀਂ ਹੋ ਸਕਦੀ ਸਾਡੀ, ਕਿਉਂਕਿ ਇਹ ਜਿਹੜੇ ਚਿੰਨ੍ਹ ਨੇ ਜਾਂ ਸੰਕੇਤ ਨੇ ਤਾਂ ਜਾਨਵਰ, ਪਸ਼ੂ, ਪੰਛੀ ਵੀ ਸਾਨੂੰ ਜਿਹੜੇ ਹੈਗੇ ਨੇ ਵੇਖਣ ਨੂੰ ਮਿਲਦੇ ਨੇ ਉਹਨਾਂ ਦੇ ਵਿੱਚ। ਤਾਂ ਫਿਰ ਉਹਨਾਂ ਦੀ ਭਾਸ਼ਾ ਦੇ ਵਿੱਚ ਤੇ ਆਪਣੀ ਭਾਸ਼ਾ ਦੇ ਵਿੱਚ ਕੀ ਅੰਤਰ ਹੋਇਆ? ਅੰਤਰ ਇਹੀ ਹੋਇਆ ਕਿ ਜਿਹੜੀ ਸਾਡੀ ਉਤਪਤੀ ਹੈਗੀ ਹੈ ਭਾਸ਼ਾ ਦੀ ਉਹ ਵਿਚਾਰਾਂ ਦੇ ਉੱਪਰ ਕਿਰਿਆਵਾਂ ਜਿਹੜੀਆਂ ਹੈਗੀਆਂ ਨੇ ਪ੍ਰਗਟ ਰੂਪ ਦੇ ਵਿੱਚ ਹੁੰਦੀਆਂ ਸਾਨੂੰ ਮਿਲਦੀਆਂ ਹਨ। ਤਾਂ ਔਰ ਉਹਨਾਂ ਦੀ ਜਿਹੜੀ ਆਪਣੀ ਭਾਸ਼ਾ ਹੈਗੀ ਹੈ ਉਹਨਾਂ ਦਾ ਜਿਹੜਾ ਆਪਣਾ ਸੰਕੇਤ ਜਿਹੜਾ ਹੈਗਾ ਉਹਨਾਂ ਨੂੰ ਆਪਣੇ ਰੂਪ ਦੇ ਵਿੱਚ ਹੀ ਉਹ ਸਮਝਦੇ ਹਨ ਤੇ ਆਪਣੇ ਆਪ ਖੁਦ ਉਹ ਕਿਰਿਆਵਾਂ ਕਰਦੇ ਹਨ, ਪਰ ਉਹਨਾਂ ਦਾ ਵਿਕਾਸ ਨਹੀਂ ਵੇਖਣ ਨੂੰ ਮਿਲਿਆ। ਇਹੀ ਅੰਤਰ ਹੈ। ਭਾਸ਼ਾ ਦੀ ਜਿਹੜੀ ਚਿੰਨ੍ਹਵਾਦੀ ਸਿਧਾਂਤ ਦੀ ਗੱਲ ਹੈਗੀ ਹੈ ਇਹ ਕਿਤੇ ਨਾ ਕਿਤੇ ਇਸ ਸਿਧਾਂਤ ਦਾ ਵੀ ਸਾਨੂੰ ਇੱਕ ਖੰਡਨ ਮਿਲਦਾ ਹੈ। ਤਾਂ ਉਸ ਤੋਂ ਬਾਅਦ ਸਾਡੇ ਕੋਲੇ ਜਿਹੜਾ ਪੁਆਇੰਟ ਹੈਗਾ ਜੀ, ਸਬ ਪੁਆਇੰਟ, ਉਹ ਹੈਗਾ ਸੰਪੂਰਨ ਜਾਂ ਸੰਪੂਰਕ ਸਿਧਾਂਤ। ਕੀ ਹੈਗਾ ਜੀ ਪੁਆਇੰਟ ਸਾਡੇ ਕੋਲੇ? ਸੰਪੂਰਕ ਸਿਧਾਂਤ। ਸੰਪੂਰਕ ਸਿਧਾਂਤ ਇਹ ਭਾਸ਼ਾ ਦੀ ਕਹਿੰਦੇ ਉਤਪਤੀ ਦਾ ਸਿਧਾਂਤ ਹੈ ਜੀ। ਹੁਣ ਸੰਪੂਰਕ ਸਿਧਾਂਤ ਕੀ ਹੈਗਾ? ਜਿਹੜਾ ਆਪਾਂ ਕਹਿੰਦੇ ਕਿ ਮਨੁੱਖ ਕੀ ਹੈਗਾ, ਇੱਕ ਸਮਾਜਿਕ ਜੀਵ ਹੈ ਜਾਂ ਪ੍ਰਾਣੀ ਹੈ। ਇਹ ਕੀ ਕਰਦਾ ਹੈਗਾ? ਕਹਿੰਦੇ ਇਹ ਇਹਨਾਂ ਦਾ ਮੁੱਢ ਤੋਂ ਹੀ ਕੀ ਹੈਗਾ, ਇਹਨਾਂ ਦਾ ਮੁੱਢ ਤੋਂ ਹੀ ਕਹਿੰਦੇ ਸਮੂਹਾਂ, ਟੱਬਰਾਂ ਤੇ ਕਬੀਲਿਆਂ ਦੇ ਨਾਲ ਕੀ ਹੈਗਾ ਸੰਬੰਧ ਹੈਗਾ। ਸਮੂਹਾਂ, ਟੱਬਰਾਂ ਤੇ ਕਬੀਲਿਆਂ ਦੇ ਮਨੁੱਖ ਦਾ ਸੰਬੰਧ ਸਮੂਹਾਂ, ਟੱਬਰਾਂ ਅਤੇ ਕਬੀਲਿਆਂ ਦਾ ਹੈ ਅਤੇ ਕਬੀਲਿਆਂ ਨਾਲ। ਦੇਖੋ ਹੁਣ ਇੱਥੇ ਗੱਲ ਹੋ ਰਹੀ ਹੈ ਕਿ ਜਿਹੜਾ ਮਨੁੱਖ ਦਾ ਸੰਬੰਧ ਕਿਹਦੇ ਨਾਲ ਹੈਗਾ? ਸਮੂਹਾਂ ਨਾਲ ਹੈ, ਟੱਬਰਾਂ ਨਾਲ ਹੈ ਤੇ ਕਬੀਲਿਆਂ ਦੇ ਨਾਲ ਹੈ। ਮਨੁੱਖ ਕੀ ਹੈਗਾ? ਕਹਿੰਦੇ ਇੱਕ ਸਮਾਜਿਕ ਪ੍ਰਾਣੀ ਹੈ। ਤਾਂ ਸਮਾਜਿਕ ਪ੍ਰਾਣੀ ਦੇ ਨਾਲ ਹੋਣ ਦੇ ਨਾਲ ਭਾਸ਼ਾ ਦੀ ਉਤਪਤੀ ਜਿਹੜੀ ਹੈਗੀ ਹੈ ਕਹਿੰਦੇ ਆਪਣੇ ਵਿਚਾਰ ਆਪਾਂ ਦੂਜੇ ਅੱਗੇ ਪ੍ਰਗਟ ਕਰਦੇ ਹਾਂ, ਦੂਜਿਆਂ ਦੇ ਵਿਚਾਰਾਂ ਨੂੰ ਅਸੀਂ
ਹਾਵ ਭਾਵ ਹੈਗੇ ਨੇ, ਵਿਚਾਰ ਹੈਗੇ ਨੇ, ਅਸੀਂ ਭਾਵਾਂ ਨੂੰ ਪ੍ਰਗਟ ਕਰਨ ਦੇ ਲਈ ਵੱਖ-ਵੱਖ ਧੁਨੀਆਂ ਦਾ ਕੀ ਕਰਦੇ ਹੈਗੇ ਜੀ, ਸਹਾਰਾ ਲੈਣਾ ਪੈਂਦਾ ਹੈ। ਔਰ ਜਦੋਂ ਅਸੀਂ ਵੱਖ-ਵੱਖ ਧੁਨੀਆਂ ਦਾ ਸਹਾਰਾ ਲਵਾਂਗੇ, ਇਹ ਇਸ ਤਰ੍ਹਾਂ ਦਾ ਕੀ ਹੋਊਗਾ, ਵਿਕਾਸ ਤੇ ਭਾਸ਼ਾ ਦੀ ਜਿਹੜਾ ਸਿਧਾਂਤ ਹੈਗਾ ਉਹ ਕੀ ਹੋਊਗਾ ਜੀ, ਉਤਪੰਨ ਹੋਊਗਾ। ਹੁਣ ਉਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਪੁਆਇੰਟ ਹੈਗਾ ਜੀ, ਵਿਕਾਸਵਾਦੀ ਸਿਧਾਂਤ। ਵਿਕਾਸਵਾਦੀ ਸਿਧਾਂਤ ਅਸੀਂ ਵਿਕਾਸਵਾਦੀ ਸਿਧਾਂਤ ਨੂੰ ਜਦੋਂ ਅਸੀਂ ਸਾਂਝਾ ਕਰਾਂਗੇ ਜੀ ਗਿਆਨ ਦੇ ਰਾਹੀਂ, ਕਿਸੇ ਬੱਚੇ ਦਾ ਕੁਝ ਲਿਖਣ ਵਾਲਾ ਰਹਿ ਗਿਆ ਹੋਵੇ ਤਾਂ ਉਹ ਨੀਚੇ ਲਿਖਿਆ ਹੋਇਆ ਹੈ, ਪੁਆਇੰਟ ਉਸ ਨੂੰ ਲਿਖ ਲਿਓ। ਵਿਕਾਸਵਾਦੀ ਸਿਧਾਂਤ ਜਿਹੜਾ ਆਪਾਂ ਸੰਪੂਰਕ ਸਿਧਾਂਤ ਤੋਂ ਬਾਅਦ ਗੱਲ ਕਰਾਂਗੇ ਜੀ, ਉਹ ਹੈਗਾ ਵਿਕਾਸਵਾਦੀ ਸਿਧਾਂਤ। ਵਿਕਾਸਵਾਦੀ ਸਿਧਾਂਤ। ਹੁਣ ਭਾਸ਼ਾ ਦੀ ਉਤਪਤੀ ਦੇ ਸਿਧਾਂਤ ਦੇ ਵਿੱਚ ਵਿਕਾਸਵਾਦੀ ਸਿਧਾਂਤ ਵੀ ਪਾਇਆ ਗਿਆ ਹੈ। ਤਾਂ ਇਹਦੇ ਵਿੱਚ ਜੇਕਰ ਆਪਾਂ ਦੇਖੀਏ ਕਿ ਮਨੁੱਖ ਕੀ ਹੈਗਾ, ਕਹਿੰਦੇ ਜੀ ਸਮਾਜਿਕ ਜੀਵ ਹੈ, ਔਰ ਜਦੋਂ ਉਹਨੇ ਆਪਣੀਆਂ ਮਨ ਦੀਆਂ ਭਾਵਨਾਵਾਂ ਨੂੰ ਦੂਸਰਿਆਂ ਦੇ ਸੰਪਰਕ ਦੇ ਆਉਣ ਦੇ ਵਿੱਚ ਜਦੋਂ ਪ੍ਰਗਟ ਕਰਦਾ ਹੈ, ਅਸਲ ਦੇ ਵਿੱਚ ਉਹ ਕੁਝ ਨਿਰਾਰਥਕ ਧੁਨੀਆਂ ਹੁੰਦੀਆਂ ਹਨ। ਜਿਵੇਂ ਜਿਵੇਂ ਉਹਦਾ ਵਿਕਾਸ ਹੁੰਦਾ ਜਾਊਗਾ, ਜਿਵੇਂ ਉਹਦਾ ਸੰਪਰਕ ਦੇ ਵਿੱਚ ਵਾਧਾ ਹੁੰਦਾ ਜਾਊਗਾ, ਤਾਂ ਉਸ ਢੰਗ ਦੇ ਨਾਲ ਕੀ ਹੋਊਗਾ ਜੀ, ਉਹਦਾ ਵਿਕਾਸ ਵੇਖਣ ਨੂੰ ਮਿਲ ਸਕਦਾ ਹੈ। ਉਹ ਵਿਕਾਸਵਾਦੀ ਸਿਧਾਂਤ ਹੈ ਇੱਕ ਭਾਸ਼ਾ ਦੀ ਉਤਪਤੀ ਦੇ ਸਿਧਾਂਤ ਦੇ ਵਿੱਚ। ਇਸ ਤੋਂ ਬਾਅਦ ਸਾਡੇ ਕੋਲ ਹੈਗਾ ਜੀ ਸਿੱਟਾ। ਸਿੱਟੇ ਦੇ ਵਿੱਚ ਅਸੀਂ ਕੀ ਗੱਲਾਂ ਲਿਖ ਸਕਦੇ ਹੈਗੇ ਆ, ਉਪਰੋਕਤ ਭਾਸ਼ਾ ਦੀ ਉਤਪਤੀ ਦੇ ਸਿਧਾਂਤ ਦੇ ਵਿਵਰਣ ਤੋਂ ਇਹ ਪਤਾ ਲੱਗਦਾ ਹੈ ਕਿ ਮਨੁੱਖ ਇੱਕ ਸਮਾਜਿਕ ਜੀਵ ਪ੍ਰਾਣੀ ਹੈ, ਔਰ ਜਦੋਂ ਉਹ ਸਮਾਜ ਦੇ ਵਿੱਚ ਰਹਿ ਕੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੁੰਦਾ ਹੈ, ਤਾਂ ਉੱਥੇ ਦੈਵੀ ਸ਼ਕਤੀਆਂ ਨੂੰ, ਬਲਕਿ ਉਹਨਾਂ ਦੀਆਂ ਧੁਨੀਆਂ ਨੂੰ, ਵਿਚਾਰਾਂ ਨੂੰ ਆਪਣੀ ਇੱਕ ਭਾਸ਼ਾ ਦੇ ਰਾਹੀਂ, ਸ਼ਬਦਾਂ ਰਾਹੀਂ, ਇੱਕ ਵਾਕਾਂ ਦੇ ਤਹਿਤ ਜਦੋਂ ਦੂਸਰਾ ਕੇ ਪ੍ਰਗਟ ਕਰੂਗਾ, ਤਾਂ ਉਸ ਦੀਆਂ ਭਾਸ਼ਾ ਦੇ ਵਿੱਚ ਵਿਕਾਸ ਵੀ ਹੋਊਗਾ, ਉਹਦਾ ਮਨੋਰਥ ਵੀ ਹੋਊਗਾ, ਔਰ ਉਹਦੀਆਂ ਜਿਹੜੀਆਂ ਲੋੜਾਂ ਹੈਗੀਆਂ ਨੇ ਉਹ ਵੀ ਪੂਰੀਆਂ ਹੋਣਗੀਆਂ। ਔਰ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਅਗਲਾ ਲੈਕਚਰ ਹੈਗਾ ਉਹ ਅਸੀਂ ਜਿਹੜੀਆਂ ਭਾਸ਼ਾ ਦੇ ਪ੍ਰਤੀ ਜਿਹੜੀਆਂ ਸਾਡੀਆਂ ਕੁਝ ਗੱਲਾਂ ਹੈਗੀਆਂ, ਉਹ ਕੁਝ ਵਿਸ਼ੇ ਦੇ ਤਹਿਤ ਅਸੀਂ ਉਸ ਨੂੰ ਅਗਲੇ ਲੈਕਚਰ ਦੇ ਵਿੱਚ ਅਸੀਂ ਸਾਂਝੇ